Welcome, dear students, for another session. This is part 2. The name of the chapter is The Story of My Life. And who is the writer? Helen Keller. In the first part, I have told you about the beginning of her education. Can you tell me the name of her teacher? Yes, Annie Mansfield Sullivan. Helen Keller's teacher loved her and she started teaching her words. Every day new words were taught to her. ਤਾਂ ਪਿਆਰੇ ਬੱਚਿਓ, ਤੁਸੀਂ ਪਾਰਟ 1 ਨੂੰ ਦੇਖ ਕੇ ਇਸ ਪਾਰਟ ਨੂੰ ਦੇਖੋ। ਪਾਰਟ 1 ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲੇਗਾ। ਪਾਰਟ 1 ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਹੈਲਨ ਕੇਲਰ ਦੀ ਜ਼ਿੰਦਗੀ 'ਚ ਉਸ ਦੀ ਅਧਿਆਪਕਾ ਆਈ ਅਤੇ ਉਹਨਾਂ ਨੇ ਉਸ ਦੀ ਹਨੇਰੀ ਜ਼ਿੰਦਗੀ 'ਚ ਰੋਸ਼ਨੀ ਭਰ ਦਿੱਤੀ। ਹਰ ਰੋਜ਼ ਉਸਨੂੰ ਨਵੇਂ ਸ਼ਬਦ ਸਿਖਾਏ ਜਾਂਦੇ ਸੀ। She had trouble in learning the word water, but when the teacher taught her water by placing her hand under the water, she learned that and she was excited because it was a difficult task for her. ਪਾਣੀ ਸ਼ਬਦ ਨੂੰ ਸਿੱਖਣ ਲਈ ਬਹੁਤ ਮਿਹਨਤ ਕਰਨੀ ਪਈ ਹੈਲਨ ਕੇਲਰ ਨੂੰ ਔਰ ਜਦੋਂ ਉਹਨਾਂ ਨੇ ਸ਼ਬਦ ਸਿੱਖ ਲਿਆ ਹੈਲਨ ਕੇਲਰ ਨੇ ਤਾਂ ਉਸਨੂੰ ਬਹੁਤ ਖੁਸ਼ੀ ਹੋਈ। Moreover, Helen Keller said that words gave her light and that was the only cry of her soul. ਤਾਂ ਹੈਲਨ ਕੇਲਰ ਕਹਿੰਦੀ ਹੈ ਕਿ ਮੇਰੀ ਆਤਮਾ ਇੱਕੋ ਹੀ ਚੀਜ਼ ਲਈ ਚੀਖਦੀ ਸੀ, ਉਹ ਚੀਖ ਸੀ ਰੋਸ਼ਨੀ। ਅਤੇ ਉਹ ਰੋਸ਼ਨੀ ਮੈਨੂੰ ਕਿਸ ਤਰ੍ਹਾਂ ਮਿਲ ਰਹੀ ਸੀ? ਹੁਣ ਸ਼ਬਦਾਂ ਨਾਲ, ਗਿਆਨ ਨਾਲ। ਮੇਰੀ ਕਲਪਨਾ, ਮੇਰੀ ਰੋਸ਼ਨੀ ਮੇਰੇ ਕੋਲ ਵਾਪਸ ਆ ਰਹੀ ਸੀ। ਐਂਡ ਮਾਈ ਡੀਅਰ ਸਟੂਡੈਂਟਸ, please tell me one more thing. Which was the first word that Helen Keller had learned? Do you remember? Yes, she had learned doll as her first word and she was very excited with that. And from doll to water, she had learned many useful words including verbs. ਤਾਂ ਪਾਰਟ 1 ਦੇ ਵਿੱਚ ਅਸੀਂ ਦੇਖਿਆ ਕਿ ਡੋਲ ਤੋਂ ਲੈ ਕੇ ਪਾਣੀ ਤੱਕ ਆਪਣਾ ਸਫ਼ਰ ਤੈਅ ਕਰਦੇ ਹੋਏ ਹੈਲਨ ਕੇਲਰ ਨੇ ਬਹੁਤ ਸਾਰੇ ਸ਼ਬਦ ਸਿੱਖੇ ਔਰ ਅੰਤ ਦੇ ਵਿੱਚ ਜਦੋਂ ਉਹਨਾਂ ਨੇ ਪਾਣੀ ਸ਼ਬਦ ਨੂੰ ਸਿੱਖਿਆ ਤਾਂ ਉਸਨੇ ਕਿਹਾ ਕਿ ਹਾਲੇ ਵੀ ਬਹੁਤ ਸਾਰੀਆਂ ਅੜਚਣਾਂ ਹੋਣਗੀਆਂ ਪਰ ਇਹਨਾਂ ਅੜਚਣਾਂ ਨੂੰ ਮੈਂ ਜਿੱਤ ਲਵਾਂਗੀ। ਡੀਅਰ ਸਟੂਡੈਂਟਸ, ਲੈਟ ਅਸ ਸਟਾਰਟ ਪਾਰਟ 2. I left the well house eager to learn. Everything had a name, and each name gave birth to a new thought. As we returned to the house, every object which I touched seemed to quiver with life. That is because I saw everything with the strange new sight that had come to me. On entering the door, I remembered the doll I had broken. ਤਾਂ ਹੈਲਨ ਕੇਲਰ ਕਹਿੰਦੀ ਹੈ ਕਿ ਜਦੋਂ ਅਸੀਂ ਵੈਲ ਹਾਊਸ ਤੋਂ ਵਾਪਸ ਆਏ ਤਾਂ ਮੈਂ ਬਹੁਤ ਉਤਸੁਕ ਸੀ ਕਿ ਮੈਂ ਹੁਣ ਨਵੇਂ ਸ਼ਬਦ ਹੋਰ ਸਿੱਖਾਂ। ਮੈਨੂੰ ਹੌਲੀ ਹੌਲੀ ਇਹ ਅਹਿਸਾਸ ਹੋਇਆ ਘਰ ਪਹੁੰਚਦੇ ਕਿ ਹਰ ਚੀਜ਼ ਦਾ ਇੱਕ ਨਾਮ ਹੁੰਦਾ ਹੈ, ਹਰ ਚੀਜ਼ ਲਈ ਇੱਕ ਸ਼ਬਦ ਬਣਿਆ ਔਰ ਮੈਂ ਜਿਸ ਵੀ ਚੀਜ਼ ਨੂੰ ਛੂੰਹਦੀ ਸੀ ਉਹ ਚੀਜ਼ ਜ਼ਿੰਦਾ ਹੋ ਉੱਠਦੀ ਸੀ। ਇਹ ਇਸ ਲਈ ਹੋ ਰਿਹਾ ਸੀ ਕਿਉਂਕਿ ਹੁਣ ਮੈਂ ਇੱਕ ਨਵੀਂ ਰੋਸ਼ਨੀ ਨਾਲ ਸਾਰੀਆਂ ਚੀਜ਼ਾਂ ਨੂੰ ਦੇਖ ਰਹੀ ਸੀ। ਇਹ ਨਿਊ ਸਾਈਟ, ਇਹ ਨਵੀਂ ਨਜ਼ਰ ਜਿਹੜੀ ਮੈਨੂੰ ਮਿਲੀ ਸੀ ਉਹ ਗਿਆਨ ਨਾਲ ਮਿਲੀ ਸੀ, ਸ਼ਬਦਾਂ ਨਾਲ ਮਿਲੀ ਸੀ, ਲੈਂਗੁਏਜ ਨਾਲ ਮਿਲੀ ਸੀ। ਘਰ ਦਰਵਾਜ਼ੇ 'ਚ ਅੰਦਰ ਜਾਂਦੇ ਹੀ ਮੈਨੂੰ ਯਾਦ ਆਈ ਕਿਸ ਦੀ? ਉਸ ਡੋਲ ਦੀ ਜਿਹਨੂੰ ਮੈਂ ਤੋੜ ਦਿੱਤਾ ਸੀ। ਤੁਹਾਨੂੰ ਯਾਦ ਹੋਣਾ ਬੱਚਿਓ ਕਿ ਉਸਨੇ ਦੂਸਰੀ ਡੋਲ ਤੋੜ ਦਿੱਤੀ ਸੀ ਕਿਉਂਕਿ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਵੀ ਡੋਲ ਅਤੇ ਉਹ ਵੀ ਡੋਲ ਕਿਵੇਂ। I felt my way to the hearth and picked up the pieces. ਮੈਂ ਭੱਠੀ ਦੇ ਕੋਲ ਗਈ ਅਤੇ ਮੈਂ ਉਹ ਟੁਕੜੇ ਚੱਕੇ। I tried vainly to put them together. ਮੈਂ ਬੜੀ ਇੱਕ ਨਾਕਾਮ ਜਿਹੀ ਕੋਸ਼ਿਸ਼ ਕੀਤੀ ਉਹ ਟੁਕੜੇ ਜੋੜਨ ਦੀ। Then my eyes filled with tears, for I realized what I had done. For the first time, I felt repentance
ਐਂਡ ਸੋਰੋ। ਮੈਨੂੰ ਪਤਾ ਸੀ ਇਹ ਗੁੱਡੀ ਕਦੇ ਨਹੀਂ ਜੁੜਨੀ, ਅਤੇ ਪਹਿਲੀ ਵਾਰੀ ਮੈਨੂੰ ਰਿਪੈਂਟੈਂਸ ਪਛਤਾਵਾ, ਸੋਰੋ ਦੁੱਖ ਮਹਿਸੂਸ ਹੋਏ। ਜਦੋਂ ਮੈਂ ਉਸ ਗੁੱਡੀ ਦੇ ਟੁਕੜਿਆਂ ਨੂੰ ਹੱਥ ਲਾਇਆ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਕਿੰਨਾ ਗਲਤ ਕੰਮ ਕੀਤਾ ਸੀ। I learned a great many new words that day. ਮੈਂ ਉਸ ਦਿਨ ਬਹੁਤ ਸਾਰੇ ਨਵੇਂ ਸ਼ਬਦ ਸਿੱਖੇ। ਉਸ ਤੋਂ ਬਾਅਦ I do not remember what they all were. ਸਾਰੇ ਸ਼ਬਦ ਤਾਂ ਮੈਨੂੰ ਯਾਦ ਨਹੀਂ, but I do know that mother, father, sister, teacher were among them. ਪਰ ਕੁਝ ਮੈਨੂੰ ਯਾਦ ਨੇ, ਜਿਵੇਂ ਮਾਤਾ, ਪਿਤਾ, ਭੈਣ, ਅਧਿਆਪਕ। ਇਹ ਕੁਝ ਖਾਸ ਸ਼ਬਦ ਸਨ। Words that were to make the world blossom for me, like Aaron's rod with flowers. ਜਿਸ ਤਰ੍ਹਾਂ ਫੁੱਲਾਂ ਦੀਆਂ ਟਾਹਣੀਆਂ 'ਤੇ ਦਰਖਤਾਂ 'ਤੇ ਫੁੱਲ ਹੀ ਫੁੱਲ ਖਿੜ ਜਾਂਦੇ ਹਨ, ਉਸ ਤਰ੍ਹਾਂ ਇਹਨਾਂ ਸ਼ਬਦਾਂ ਨੇ ਵੀ ਮੇਰੀ ਜ਼ਿੰਦਗੀ 'ਚ ਬਹਾਰ ਲਿਆਤੀ ਸੀ। It would have been difficult to find a happier child than I was. As I lay in my crib at the close of the eventful day and lived over the joys it had brought me, and for the first time longed for a new day to come. ਤਾਂ ਹੈਲਨ ਕੇਲਰ ਨੇ ਅੰਤ ਵਿੱਚ, ਇਸ ਚੈਪਟਰ ਦੇ ਅੰਤ ਵਿੱਚ ਕਿਹਾ ਹੈ ਕਿ ਜਦੋਂ ਮੈਂ ਰਾਤ ਨੂੰ ਸੌਣ ਗਈ, ਉਸ ਦਿਨ ਇੱਕ ਬਹੁਤ ਵਧੀਆ ਦਿਨ ਬੀਤਿਆ ਸੀ, ਇਵੈਂਟਫੁਲ ਸੀ, ਜਿਸ ਦਿਨ ਬਹੁਤ ਕੁਝ ਵਾਪਰਿਆ ਸੀ। ਤਾਂ ਮੇਰਾ ਦਿਲ ਸੀ ਜਿਹੜਾ ਆਨੰਦ ਨਾਲ ਭਰਿਆ ਪਿਆ ਸੀ, ਕਿਉਂਕਿ ਮੈਂ ਇੰਨਾ ਕੁਝ ਸਿੱਖਿਆ ਸੀ। ਔਰ ਪਹਿਲੀ ਵਾਰ ਸੌਂਦੇ ਹੋਏ ਮੈਨੂੰ ਅਗਲੀ ਸਵੇਰ ਦਾ ਇੰਤਜ਼ਾਰ ਸੀ, ਕਿਉਂਕਿ ਨਵੇਂ ਸ਼ਬਦ ਸਿੱਖਣ ਨਾਲ ਹੈਲਨ ਕੇਲਰ ਨੂੰ ਜੀਣ ਦਾ ਇੱਕ ਮਕਸਦ ਮਿਲ ਗਿਆ ਸੀ। ਉਸ ਦੀ ਹਨੇਰੀ ਜ਼ਿੰਦਗੀ 'ਚ ਇੱਕ ਰੋਸ਼ਨੀ ਆ ਗਈ ਸੀ। My dear students, there is a complete book in the form of the story of my life, and you have read the first chapter of that book in your syllabus. For more information, you can read the complete book. This is a beautiful motivational book of the journey of a child who had multiple handicaps, and still that girl rose to every height in her career, especially the writing career. ਤਾਂ ਇਸ ਤਰ੍ਹਾਂ ਤੁਸੀਂ ਇਹ ਪੂਰੀ ਦੀ ਪੂਰੀ ਕਿਤਾਬ ਵੀ ਪੜ੍ਹ ਸਕਦੇ ਹੋ। ਇਹ ਪੂਰੀ ਕਿਤਾਬ ਹੈ, ਤੁਸੀਂ ਉਹਦਾ ਸਿਰਫ ਪਹਿਲਾ ਚੈਪਟਰ ਪੜ੍ਹਿਆ ਆਪਣੇ ਸਿਲੇਬਸ 'ਚ। ਇਸ ਪੂਰੀ ਕਿਤਾਬ 'ਚ ਉਹਨਾਂ ਦੀ ਜ਼ਿੰਦਗੀ ਬਾਰੇ ਸਾਰਾ ਕੁਝ ਤੁਸੀਂ ਜਾਣੋਗੇ ਅਤੇ ਤੁਹਾਨੂੰ ਬਹੁਤ ਪ੍ਰੇਰਨਾ ਮਿਲੇਗੀ। ਲੈਟਸ ਕੁਇਕਲੀ ਗੋ ਥਰੂ ਦ ਡਿਫਿਕਲਟ ਵਰਡਸ। ਫਸਟ ਵਰਡ, immeasurable. Immeasurable. Too large or great, etc. to be measured. ਜਿਸ ਨੂੰ ਮਾਪਿਆ ਨਾ ਜਾ ਸਕੇ। Number 2, honeysuckle. Honeysuckle. A climbing plant with white, yellow or pink flowers with a sweet smell. ਇੱਕ ਤਰ੍ਹਾਂ ਦੀ ਵੇਲ ਹੁੰਦੀ ਹੈ ਔਰ ਇਸ ਦੇ ਉੱਤੇ ਸਫੇਦ, ਪੀਲੇ ਜਾਂ ਗੁਲਾਬੀ ਰੰਗ ਦੇ ਫੁੱਲ ਲੱਗਦੇ ਹਨ ਅਤੇ ਬੜੀ ਭਿੰਨੀ ਭਿੰਨੀ ਖੁਸ਼ਬੂ ਆਉਂਦੀ ਹੈ। Number 3, languor. Languor. The pleasant state of feeling lazy and without energy. ਜਦੋਂ ਕਈ ਵਾਰੀ ਅਸੀਂ ਪਏ ਪਏ ਸੁਸਤਾ ਰਹੇ ਹੁੰਦੇ ਹਾਂ, ਉਸ ਹਾਲਤ ਨੂੰ ਅਸੀਂ ਇਸ ਨਾਉਨ ਨਾਲ ਡਿਨੋਟ ਕਰਦੇ ਹਾਂ। Number 4, grope. Grope. To try and find something that you cannot see by feeling with your hands. Grope means ਕਿਸੇ ਚੀਜ਼ ਨੂੰ ਮਹਿਸੂਸ ਕਰਨਾ ਜਿਹਨੂੰ ਤੁਸੀਂ ਦੇਖ ਨਹੀਂ ਸਕਦੇ, ਸਿਰਫ ਆਪਣੇ ਹੱਥਾਂ ਨਾਲ ਛੂਹ ਸਕਦੇ ਹੋ, ਛੂਹ ਕੇ ਮਹਿਸੂਸ ਕਰਨਾ ਅਤੇ ਬੁੱਝਣਾ ਕਿ ਕੀ ਹੈ। Number 5, plummet. Plummet. To fall suddenly and quickly from a high level or position. ਇਸ ਦਾ ਮਤਲਬ ਹੈ ਜਦੋਂ ਅਸੀਂ ਕਿਸੇ ਬਹੁਤ ਉੱਚੇ ਮੁਕਾਮ ਤੋਂ ਅਚਾਨਕ ਗਿਰ ਜਾਂਦੇ ਹਾਂ ਅਤੇ ਬੜੀ ਤੇਜ਼ੀ ਨਾਲ ਸਾਡਾ ਪਤਨ ਹੁੰਦਾ ਹੈ। Number 6, harbour. Harbour. An area of water on the coast protected from the open sea by strong walls where ships can shelter. Harbour ਕਿਹਾ ਜਾਂਦਾ ਹੈ ਬੰਦਰਗਾਹ ਨੂੰ, ਜਿੱਥੇ ਬੇੜੇ ਰਹਿੰਦੇ ਹਨ, ਆਰਾਮ ਕਰਦੇ ਹਨ, ਬੇੜਿਆਂ ਨੂੰ ਉੱਥੇ ਰੱਖਿਆ ਜਾਂਦਾ ਹੈ। Number 7, uncomprehending. Uncomprehending. Not understanding a situation or what is happening,
ਜਦੋਂ ਸਾਨੂੰ ਕੋਈ ਸਥਿਤੀ ਸਮਝ ਨਹੀਂ ਆਉਂਦੀ ਕਿ ਉਹ ਹੋ ਕੀ ਰਿਹਾ। ਨੰਬਰ 8 tussle tussle a short struggle, fight or argument, especially in order to get something। ਜਦੋਂ ਕਿਸੇ ਗੱਲ ਦੇ ਵਿੱਚ ਬਹਿਸਬਾਜ਼ੀ ਹੋਣ ਨਾਲ ਸਾਡੇ ਵਿੱਚ ਛੋਟਾ ਮੋਟਾ ਕੋਈ ਲੜਾਈ ਝਗੜਾ ਹੋ ਜਾਂਦਾ ਹੈ, ਉਸ ਨੂੰ ਅਸੀਂ tussle ਕਹਿੰਦੇ ਹਾਂ। persist persist it means to continue to do something despite difficulties or oppositions in a way that can seem unreasonable। persist ਦਾ ਮਤਲਬ ਹੈ ਕਿਸੇ ਵੀ ਚੀਜ਼ ਨੂੰ ਔਕੜਾਂ ਦੇ ਬਾਵਜੂਦ ਵੀ ਲਗਾਤਾਰ ਕਰਦੇ ਰਹਿਣਾ। ਨੰਬਰ 10 confound confound to confuse and surprise somebody or baffle। ਕਿਸੇ ਨੂੰ ਕਿਸੇ ਚੀਜ਼ ਦੇ ਨਾਲ ਭ੍ਰਮਿਤ ਕਰ ਦੇਣਾ ਜਾਂ ਹੈਰਾਨ ਕਰ ਦੇਣਾ। ਨੈਕਸਟ ਵਰਡ ਇਜ਼ despair 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 means the feeling of having lost all hope। ਜਦੋਂ ਸਾਡੇ ਦਿਲ ਦੇ ਵਿੱਚੋਂ ਆਸ ਬਿਲਕੁਲ ਖਤਮ ਹੋ ਜਾਏ, ਜਦੋਂ ਅਸੀਂ ਬੇਆਸੇ ਹੋ ਜਾਈਏ। ਨੰਬਰ 12 dashed dashed used as a mild swear word by some people to emphasize something or to show they are annoyed। ਜਦੋਂ ਅਸੀਂ ਕਿਸੇ ਨੂੰ ਥੋੜਾ ਜਿਹਾ ਗੁੱਸਾ ਜ਼ਾਹਿਰ ਕਰਦੇ ਹਾਂ। 13 tenderness tenderness delicacy or softness। ਇਸ ਦਾ ਮਤਲਬ ਹੈ ਨਰਮਾਈ ਜਾਂ ਨਜ਼ਾਕਤ। 14th hearth hearth it means the floor at the bottom of a high fireplace। ਭੱਠੀ ਦੇ ਤਲੇ ਨੂੰ hearth ਕਿਹਾ ਜਾਂਦਾ ਹੈ। hop to move by jumping on one foot। hop ਦਾ ਮਤਲਬ ਹੁੰਦਾ ਹੈ ਆਪਣੀ ਇੱਕ ਲੱਤ ਦੇ ਉੱਤੇ ਕੁੱਦਣਾ, ਖਾਸ ਕਰ ਜਿਵੇਂ ਪੰਛੀ ਚੱਲਦੇ ਹਨ, ਉਹ ਹੌਪਿੰਗ ਕਰਦੇ ਹਨ। ਨੰਬਰ 16 spout spout it means a pipe or tube on a container that you can pour liquid out through a fountain। ਜਦੋਂ ਅਸੀਂ ਕਿਸੇ ਪਾਈਪ ਜਾਂ ਕਿਸੇ ਟਿਊਬ ਨਾਲ ਉਸ ਦੇ ਵਿੱਚੋਂ ਕੋਈ ਚੀਜ਼ ਕੱਢਦੇ ਆ, ਜਿਸ ਤਰ੍ਹਾਂ ਕੈਟਲ ਦੇ ਅੱਗੇ ਤੁਸੀਂ ਦੇਖਦੇ ਹੋ, ਜਿਸ ਦੇ ਵਿੱਚੋਂ ਕਿ ਫੁਹਾਰੇ ਦੇ ਰੂਪ ਦੇ ਵਿੱਚ ਜਾਂ ਇੱਕ ਖਾਸ ਤਰੀਕੇ ਦੇ ਨਾਲ ਪਾਣੀ ਜਾਂ ਲਿਕੁਇਡ ਬਾਹਰ ਨਿਕਲਦਾ ਹੋਵੇ। ਨੈਕਸਟ ਇਜ਼ gush gush it means to flow or pour suddenly and quickly out of a hole in a large amount। ਜਦੋਂ ਕਿਸੇ ਬਰਤਨ ਦੇ ਵਿੱਚੋਂ, ਕਿਸੇ ਸੁਰਾਖ ਦੇ ਵਿੱਚੋਂ ਬਹੁਤ ਸਾਰੀ ਮਾਤਰਾ ਦੇ ਵਿੱਚ ਬਹੁਤ ਸਾਰਾ ਪਾਣੀ ਨਿਕਲਦਾ ਹੋਵੇ ਜਾਂ ਕੋਈ ਹੋਰ ਤਰਲ ਪਦਾਰਥ ਡਿੱਗ ਰਿਹਾ ਹੋਵੇ। 18 misty misty it means blurred or not clear or bright। ਇਸ ਦਾ ਮਤਲਬ ਹੈ ਜਦੋਂ ਕੋਈ ਚੀਜ਼ ਧੁੰਦਲੀ ਹੁੰਦੀ ਹੈ, ਬਿਲਕੁਲ ਵੀ ਕਲੀਅਰ ਨਹੀਂ ਹੁੰਦੀ, ਸਾਫ਼ ਨਹੀਂ ਹੁੰਦੀ, ਅਤੇ ਉਹ ਚੀਜ਼ ਬਹੁਤ ਹੀ ਬ੍ਰਾਈਟ ਨਾ ਹੋਵੇ। 19 quiver quiver to shake slightly or tremble, ਕੰਬ ਜਾਣਾ। 20th repentance 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 means the fact of showing that you are sorry for something that you have done or remorse। ਇਸ ਦਾ ਮਤਲਬ ਹੁੰਦਾ ਹੈ ਆਪਣੇ ਕੀਤੇ ਲਈ ਪਛਤਾਉਣਾ। ਪਛਤਾਵੇ ਨੂੰ ਅਸੀਂ ਰਿਪੈਂਟੈਂਸ ਕਹਿੰਦੇ ਹਾਂ। ਅਸੀਂ ਕੋਈ ਗਲਤ ਕੰਮ ਕਰ ਲੈਂਦੇ ਹਾਂ ਅਤੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਗਲਤ ਸੀ, ਤਾਂ ਉਸ ਅਹਿਸਾਸ ਨੂੰ ਅਸੀਂ ਪਛਤਾਵਾ ਕਹਿੰਦੇ ਹਾਂ। ਲਾਸਟ ਇਜ਼ crib crib a small bed with high sides for a baby or young girl। ਤੁਸੀਂ ਅਕਸਰ ਬੱਚਿਆਂ ਦਾ ਬੈੱਡ ਦੇਖਿਆ ਹੋਏਗਾ, ਜਿਸ ਦੇ ਵਿੱਚ ਕਿ ਕਾਫੀ ਉੱਚੇ ਨੇ ਜਿਹੜੇ ਉਹ ਪਾਏ ਲਾ ਦਿੱਤੇ ਜਾਂਦੇ ਤਾਂ ਕਿ ਬੱਚਾ ਡਿੱਗੇ ਨਾ, ਅਤੇ ਉਸ ਦੀਆਂ ਸਾਈਡਸ ਨੇ ਜਿਹੜੀਆਂ ਉਹ ਉੱਚੀਆਂ ਰੱਖੀਆਂ ਜਾਂਦੀਆਂ ਬੱਚੇ ਦੀ ਸੇਫਟੀ ਲਈ। ਉਸ ਨੂੰ ਅਸੀਂ ਕਹਿ ਦਿੰਦੇ ਹਾਂ crib, ਬੱਚਿਆਂ ਵਾਲਾ ਬੈੱਡ। ਮਾਈ ਡੀਅਰ ਸਟੂਡੈਂਟਸ, this is end of part 2. In part 3 I will come up with questions and answers for you. Till then you should have a reading practice and note down the words and meanings.
Thank you for all your likes and your comments. Have a very nice day.